तुद आगे अरदास हमारी। जीव पिंड सब तेरा, कहो नानक सब तेरी वड्याई। कोई नाम न जाने मेरा, तुमरी शरण तुम्हारी आशा, तुम ही सज्जन सहेले। राखो राखनहार दयाला, नानक करके गोले। यही तेरी वारी है गोविंद मिलने दी। एहो तेरी वारी है गोविंद मिलने दी। एहो तेरी वारी, तेरी वारी है गोविंद मिलने दी। एहो तेरी वारी है गोविंद मिलने दी। गोविंद मिलने दी, गोविंद मिलने दी। गोविंद मिलने दी, गोविंद मिलने दी। एहो तेरी वारी है गोविंद, एहो तेरी वारी है गोविंद मिलने दी। कई प्राप्त मानक देहरिया, गोविंद मिलन की एहो तेरी वरिया। कबीर मानुष जन्म दुर्लभ है, होत न बारंबार। मानुष देही ता सबबा नाल मिल गई है। मानुष देही ता सबबा नाल मिल गई है। मानुष देही नाल मिल गई है। एवें ना गुआनी गा भुलावा, देही सबबा नाल मिल गई है। एवें ना गुआनी गा भुलावा, देही एवें ना गुआनी।
ਵਈ ਦੇਵ ਲੋਚਦੇ ਨੇ ਦੇਵਤੇ ਸੋਈ ਦੇਹੀ ਤੈਨੂੰ ਮਿਲ ਗਈ ਐ ਮਨ ਦੇਹੀ ਲੋਚਦੇ ਨੇ ਦੇਹੀ ਲੋਚਦੇ ਨੇ ਵਈ ਲੋਚਦੇ ਨੇ ਦੇਵਤੇ ਸੋਈ ਦੇਹੀ ਤੈਨੂੰ ਮਿਲ ਗਈ ਐ ਜਿਹੜੀ ਦੇਹੀ ਨੂੰ ਲੋਚਦੇ ਨੇ ਉਹ ਸੋਈ ਦੇਹੀ ਤੈਨੂੰ ਮਿਲ ਗਈ ਐ ਜਿਹੜੀ ਦੇਹੀ ਤੇ ਭਗਤ ਕਮਾਈ ਤਾਵੇ ਮਾਨਿਕ ਦੇਹੀ ਇਸ ਦੇਹੀ ਕੋ ਸਿਮਰੈ ਵੇ ਸੋ ਦੇਹੀ ਪਾਜ ਹਰ ਕੀ ਸਜੋ ਗੋਬਿੰਦ ਫੂਲ ਮਤ ਜਾਓ ਮਾਨਕ ਜਨਮ ਕਾ ਇਹੀ ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲਣ ਇਹੋ ਤੇਰੀ ਵਾਰੀ ਹੈ ਗੋਬਿੰਦ ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਦੀ ਇਹੋ ਤੇਰੀ ਵਾਰੀ ਐ ਗੋਬਿੰਦ ਮਿਲਣੇ ਦੀ ਕਈ ਪ੍ਰਾਪਤ ਮਾਨੁਖ ਦੇ ਗੋਬਿੰਦ ਮਿਲਣ ਕੀ ਇਹੋ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸਰੰਜਾਮ ਲਾਗ ਭਵ ਜਲ ਤਰਨ ਕੇ ਪਰ ਸੰਸਾਰ ਜਲ ਕੀ ਹੈ ਦੇਖਣ ਵਿੱਚ ਆਸਨ ਦੇਸੇ ਜਨਮ ਮਰਨ ਵਿੱਚ ਜ਼ਿੰਦਗੀ ਦਾ ਸਾਰਾ ਸਫ਼ਰ ਹੈ ਜਨਮ ਮਰਨ ਤੋਂ ਤਰਨਾ ਹੈ ਸਰੰਜਾਮ ਕਹੀਏ ਬੰਦੋਬਸਤ ਕਰ ਲੈ ਕੋਈ ਇੰਤਜ਼ਾਮ ਕਰ ਲੈ ਇਹ ਸਿੱਖ ਇਹ ਜੀਵ ਇਹ ਪ੍ਰਾਨੀ जन्म व्यर्था जात रंग माया के रहाओ ठीक है जप तप संजम धर्म ना कमाया सेवा साध न जान्या हर राया कहो नानक हम नीच कर्मा शरण परे की राखो सब रोज रह रस विच भी आनंद प्राप्त करते हैं सुख मिलता है मानस जन्म 184 जून विच उत्तम जन्म सो मानुष दी 83,99,999 ਜੂਨਾਂ ਪਲਟਣ ਤੋਂ ਬਾਅਦ
ਕਦੀ ਇਹ ਮਾਨਸ ਜਨਮ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਇੰਦਰਪੁਰੀ ਵਿੱਚ ਅਸੀਂ ਕਹਿੰਦੇ ਹਾਂ ਸੁਰਗਾਂ ਵਿੱਚ ਬਹਿਸ਼ਤਾਂ ਵਿੱਚ ਸੁੱਖ ਮਿਲਦਾ ਹੈ। ਈਸਾ ਮੁਹੰਮਦ ਨੇ ਵੀ ਕਿਹਾ ਹੈ ਆਪਣੇ ਮਤ ਦੇ ਲੋਕਾਂ ਨੂੰ ਕਿ ਸੁਰਗਾਂ ਵਿੱਚ ਮੇਰਾ ਪਿਤਾ ਬੈਠਾ ਹੈ, ਮੈਨੂੰ ਉੱਥੇ ਸੁੱਖ ਮਿਲੂਗਾ, ਮੇਰੇ ਪਿਤਾ ਨੇ ਆਖਿਆ। ਹਜ਼ਰਤ ਮੁਹੰਮਦ ਸਾਹਿਬ ਨੇ ਬਹਿਸ਼ਤਾਂ ਦਾ ਸੁੱਖ ਦਿੱਤਾ ਹੈ। ਪਰ ਪੁਰਾਣਾਂ ਵਿੱਚ ਜਿਵੇਂ ਸੁਰਗਾਂ ਦੀ ਗੱਲ ਆਉਂਦੀ ਹੈ, ਇਹ ਪੁੰਨੀ ਪੁਰਸ਼ ਨੂੰ ਮਿਲਦਾ ਹੈ। ਪੁਰਾਣਕ ਕਥਾਵਾਂ ਗੁਰੂ ਸਾਹਿਬ ਜੀ ਤੇ ਗੁਰਬਾਣੀ ਵਿੱਚ ਭਗਤ ਕਬੀਰ ਜੀ ਨੇ ਇਸ ਦਾ ਨਿਚੋੜ ਕੀ ਕਹਿ ਦਿੱਤਾ ਹੈ। ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਨਰਕ ਦੁੱਖਾਂ ਤੋਂ ਛੁਟਕਾਰਾ ਕਰਾ ਲਿਆ, ਸੁਰਗਾਂ ਦੀ ਗੱਲ ਵੀ ਲਤਾੜ ਦਿੱਤੀ ਹੈ, ਪੁੰਨੀ ਪੁਰਸ਼ ਹੈ। ਪਰ ਗੁਰਮਤ ਵਿੱਚ ਗੁਰਬਾਣੀ ਵਿੱਚ ਸੁਰਗਾਂ ਨੂੰ ਇੱਕ ਲਿਮਟ ਟਾਈਮ ਹੈ, ਸੁੱਖ ਦਾ ਸਮਾਂ ਹੈ, ਪਰ ਉਹ ਵੀ ਖਿਨ ਭੰਗਰ ਹੈ, ਨਾਸ਼ਵੰਤ ਹੋ ਜਾਂਦਾ ਹੈ, ਉੱਥੋਂ ਗਿਰ ਜਾਂਦਾ ਹੈ ਪ੍ਰਾਣੀ। ਮਤਲਬ ਕਿ ਸੁਰਗ ਵਿੱਚ ਜਾ ਕੇ ਵੀ ਇਹਦਾ ਜਨਮ ਮਰਨ ਕੱਟਿਆ ਨਹੀਂ ਗਿਆ ਹੈ, ਉਸ ਤੋਂ ਉੱਚਾ ਹੈ ਨਾ। ਪੁੰਨ ਪਾਪ ਜੋ ਬੀਜਦੇ ਸਭ ਧਰਮ ਰਹਿ ਕਹਿੰਦਾ। ਪੁੰਨ ਵੀ ਪਾਪੀ ਪੁਰਸ਼ਾਂ ਦਾ ਪਤਾ ਹੀ ਹੈ ਵੀ ਨਰਕ ਮਿਲਣਾ ਹੀ ਉਹਨਾਂ ਨੂੰ। ਧਰਮ ਰਾਏ ਆਖੂਗਾ ਪੁੰਨੀ ਪੁਰਸ਼ਾਂ ਨੂੰ ਤੁਸੀਂ ਅੱਛਾ ਕੀਤਾ ਹੈ, ਪੁੰਨ ਤਾਂ ਬੀਜ ਲਿਆ, ਦੇ ਦੁਨੀਆ ਤੇ 70 ਆਖਰ 80 ਹਿੱਸੇ ਸੁੱਖ ਅੱਗੇ ਵੱਧ ਜਾਊਗਾ। 80 ਸਾਲ ਸਮਝੋ 1 ਸਾਲ ਸੁਰਗ ਦਾ ਮਿਲ ਗਿਆ ਤੇ 80 ਸਾਲ ਕੱਟ ਕੇ 81ਵੇਂ ਸਾਲ ਤੁਹਾਨੂੰ ਉੱਥੇ ਟਿਕਣ ਨਹੀਂ ਦੇਣਾ, ਗਿਰ ਜਾਓਗੇ, ਸੁਰਗ ਚੋਂ ਮੁੜ ਕੇ ਆਉਣਾ ਜਾਣਾ ਪੈਂਦਾ ਹੈ। ਪਰ ਗੁਰਮਤ ਵਿੱਚ ਵੀ ਗੁਰੂ ਸਾਹਿਬ ਜੀ ਵੀ ਕਿਹਾ ਔਰ ਭਗਤ ਕਬੀਰ ਜੀ ਵੀ ਇਸੇ ਦਾ ਮੁਤਾਲਿਆ ਕਰਦੇ ਹੋਏ ਕਹਿੰਦੇ ਹਨ, ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਕਿਉਂ ਛੱਡ ਦਿੱਤਾ, ਮੈਂ ਬਚ ਗਿਆ, ਕਿਉਂ ਸਤਿਗੁਰ ਕੈ ਪ੍ਰਸਾਦ। ਮੈਨੂੰ ਸਵਾਮੀ ਰਾਮਾਨੰਦ ਜੀ ਨੇ ਪ੍ਰਸਾਦ ਕਿਰਪਾ ਕੀਤੀ, ਰਾਮ ਸ਼ਬਦ ਦੀ ਵਸਤੂ ਲੱਗੀ। ਜਿਵੇਂ ਸਿੱਖ ਨੂੰ ਵਾਹਿਗੁਰੂ ਸ਼ਬਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਮਿਲਿਆ ਹੈ, ਤੋ ਸਤਿਗੁਰ ਕੈ ਪ੍ਰਸਾਦ। ਫਿਰ ਮੈਨੂੰ ਕੀ ਹੋਏਗਾ, ਜੋ ਨਰਕਾਂ ਸੁਰਗਾਂ ਤੋਂ ਬਚਾ ਹੋ ਗਿਆ, ਫਿਰ ਮੈਨੂੰ ਇੱਕ ਉਹ ਰਸ ਮਿਲ ਗਿਆ, ਚਰਨ ਕਮਲ ਕੀ ਮੌਜ ਮੇਂ ਰਹੂੰ ਅੰਤ ਔਰ ਆਦ। ਹੁਣ ਗੁਰੂ ਸਾਹਿਬ ਦੇ ਚਰਨ ਸ਼ਬਦ ਹੀ ਹੈ ਉੱਥੇ, ਜਿਤ ਚਰਨ ਕਮਲ ਕਾ ਆਸਰਾ। ਵਾਹਿਗੁਰੂ ਸ਼ਬਦ ਵਿੱਚ ਇੱਕ ਓੰਕਾਰ, ਇੱਕ ਮੁਖ ਹੈ, ਮੁਖੀ ਚੀਜ਼ ਹੈ, ਮੁਖ ਵੀ ਸੀਸ ਵੀ, ਦੇ ਸਾਂ ਧਾਰਨ ਸਰੂਪ ਵੀ ਆਖੀਏ। ਵਾਹਿਗੁਰੂ ਸ਼ਬਦ ਚਰਨ ਕਿਹੜੇ ਨੇ, ਹਸਤ ਕਿਹੜੇ ਨੇ, ਨੇਤਰ ਕਿਹੜੇ ਹਨ। ਸੋ ਇਹਨਾਂ ਤੋਂ ਹੀ ਪੈਰਾਂ ਵਾਜੋਂ, ਜਿੱਥੇ ਅਸੀਂ ਕਹਿੰਦੇ ਹਾਂ ਚੱਲਣਾ ਬਿਨ ਹੱਥਾਂ ਕਰਨਾ, ਜੇਬੈ ਵਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ। ਤੁਸੀਂ ਕਹਿੰਦੇ ਹੋ ਕਵਲਾਂ ਵਰਗਾ ਇੱਕ ਸਰੂਪ, ਕਵਲ ਤਾਂ ਆਮ ਪ੍ਰਮਾਣ ਦਿੱਤਾ ਹੈ, ਐਂ ਖੜਾ ਹੋ ਗਿਆ। ਨੇਤਰ ਕਵਲ ਵੀ ਨੇ ਗੁਰੂ ਦੇ, ਚਰਨ ਕਵਲ ਵੀ ਨੇ, ਹਸਤ ਕਵਲ ਵੀ ਨੇ, ਹੱਥ ਨੇ ਮੁੱਠੀ ਬੰਦ ਹੈ, ਜਦ ਖੁੱਲਦੀ ਹੈ ਉਹਦੇ ਵਿੱਚ ਕੀ ਹੈ। ਉਹਦੇ ਵਿੱਚ ਮੈਂ ਇੱਕ ਨਿਚੋੜ ਦੇ ਨਾਲ ਭਗਤ ਰਵਿਦਾਸ ਜੀ ਨੇ ਕਿਹਾ ਕਿ ਮੈਂ ਰਸਤੇ 'ਚ ਬੈਠਾ, ਸਾਧੂ ਸੰਤਾਂ ਦੇ ਆਉਂਦੇ ਜਾਂਦਿਆਂ ਦੇ ਜੋੜੇ ਗੰਢਦਾ ਜ਼ਰੂਰ ਆ, ਮੈਨੂੰ ਇੱਕ ਕਮਲਿਆਂ ਵਾਂਗੂ, ਚੱਲਿਆਂ ਵਾਂਗੂ, ਦਰਿਦਰੀਆਂ ਵਾਂਗੂ ਲੋਕ ਦੇਖ ਦੇਖ ਕੇ ਹੱਸ ਹੱਸ ਕੇ ਲੰਘ ਜਾਂਦੇ ਨੇ, ਮੇਰੀ ਅੰਤਰੀ ਵੀ ਅਵਸਥਾ ਨੂੰ ਨਹੀਂ ਜਾਣਦੇ। ਦਰਦ ਦੇਖ ਸਭ ਕੋ ਹੱਸੈ, ਐਸੇ ਦਰਿਦਰੀ ਨੂੰ ਦੇਖ ਕੇ, ਗਿਰੇ ਹੋਈ ਕਿਰਿਆ ਜੀ ਦੇਖ ਕੇ, ਗਰੀਬ ਨੂੰ ਦੇਖ ਕੇ, ਅਦਨੇ ਨੂੰ ਦੇਖ ਕੇ ਲੋਕ ਹੱਸਦੇ ਨੇ, ਸਭ ਕੋ ਹੱਸੈ। ਐਸੀ ਦਸ਼ਾ ਹਮਾਰੀ, ਮੇਰੀ ਵੀ ਇਹ ਕਿਰਿਆ ਬਣਾਈ ਹੋਈ ਹੈ ਕਹਿਣ ਲੱਗੇ। ਪਰ ਲੋਕਾਂ ਨੂੰ ਇਹ ਜੇ ਨਹੀਂ ਪਤਾ ਕਿਹੜੀ ਅਵਸਥਾ ਪ੍ਰਾਪਤ ਕਰੀ ਬੈਠਾ ਹੈ ਭਗਤ ਕਬੀਰ ਜੀ ਵਾਂਗ, ਭਗਤ ਰਵਿਦਾਸ ਜੀ, ਕਿ ਨਹੀਂ ਪਤਾ। ਜੇ ਮੈਂ ਚਾਹਾਂ ਇਹਨਾਂ ਲੋਕਾਂ ਨੂੰ ਐਂ ਭੁਲਾ ਦਿਆਂ, ਇੱਕ ਕੀ ਕਰਾਂ, ਮੁਸਟਕੀ ਖੋਲ ਕੇ, ਮੁਸਟਕਾ ਖੋਲ ਕੇ ਜੇ ਮੈਂ ਹੱਥ ਖਿਲਾਰ ਦੇਵਾਂ, ਅਸ਼ਟ ਦਸ਼ਾ ਸਿੱਧ ਕਰਤਾ ਲੈ ਸਭ ਕਿਰਪਾ ਤੁਮਾਰੀ। ਮੇਰੇ ਹੱਥ ਵਿੱਚ ਐਸੀਆਂ ਰੇਖਾ ਨੇ, ਜੇ ਮੈਂ ਹੱਥ ਮੁਸ਼ਟੀ ਬੰਦ ਹੈ ਜਾਂ ਐ ਖੋਲ, ਕਵਲ ਹਸਤ ਕਵਲ ਜਿਸ ਨੂੰ ਕਹਿੰਦੇ ਆ, ਕਵਲ ਵਾਂਗੂ ਖੜਾ ਹੋ ਗਿਆ, ਐ ਖੋਲਣਾ, ਇੱਕ ਇੱਕ ਰੇਖਾ ਤੇ ਅਸ਼ਟ 10 18 ਸਿੱਧੀਆਂ ਹਨ, ਐਂ ਦਿਖਾ ਦਿਆਂ, ਉੱਥੇ ਉਹੀ ਝਲਕਾਂ ਬਰਸਾ ਦੇ। ਪਰ ਇਹਨਾਂ ਨੂੰ ਕੋਈ ਪਤਾ ਨਹੀਂ। ਹੇ ਪ੍ਰਭੂ, ਆਪ ਨੇ ਬੜੀ ਮੇਰੇ ਤੇ ਕਿਰਪਾ ਕੀਤੀ ਹੈ, ਮੈਂ ਵੀ ਉਹਨਾਂ ਨੂੰ ਫੇਰ ਵੀ ਸੰਭਾਲੀ ਬੈਠਾ। ਤੁਸੀਂ ਦੱਸੋ, ਚਰਨ ਕਵਲ ਦੀ ਮੌਜ ਦਾ ਕੋਈ ਆਨੰਦ, ਕੋਈ ਪੈਮਾਨਾ, ਕੋਈ ਗਿਣਤੀ ਮਿਣਤੀ। ਭਗਤ ਕਬੀਰ ਜੀ ਨੇ ਕਿਹਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਤੋਲਣ ਬੋਲਣ ਕਹਿਣ ਗਿਣਤੀ ਮਿਣਤੀ, ਗਹਿਰਾ ਉੱਚਾ ਨੀਵਾ ਕੋਈ ਤੋਲਣ ਚ ਕੀ ਕੋਈ ਕੀਮਤ ਪਾ ਸਕਦਾ ਹੈ। ਕਿੰਨਾ ਕੁ ਆਨੰਦ, ਕਹਿ ਵੇਖੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਉਹੀ ਆਨੰਦ ਹੈ ਜਿਸ ਨੂੰ ਭਗਤਾਂ ਨੇ ਮਾਣ ਕੇ ਨਰਕਾਂ ਸੁਰਗਾਂ ਤੋਂ ਵੀ ਉਤਲੀ ਅਵਸਥਾ ਪ੍ਰਾਪਤ ਕਰ ਲਈ ਹੈ।
ਇਹ ਮਾਨਸ ਜਨਮ ਦੀ ਸਫਲਤਾਈ ਦਾ ਇੱਕ ਸਮਝੋ ਜੀਵਨ ਦਾ ਆਨੰਦ ਹੈ। ਪਈ ਪ੍ਰਾਪਤ ਮਾਨੁਖ ਦੇ ਹੁਰੀਆ। ਤੋ ਹੇ ਜੀਵ, ਤੈਨੂੰ ਮਾਨਸ ਜਨਮ ਪ੍ਰਾਪਤ ਹੋ ਗਿਆ ਹੈ। ਭਗਤਾਂ ਨੇ ਇਹ ਲਾਹਾ ਖੱਟ ਲਿਆ ਹੈ, ਸੰਤਾਂ ਨੇ ਇਹ ਲਾਹਾ ਖੱਟ ਲਿਆ ਹੈ, ਗੁਰੂਆਂ ਨੇ ਇਹ ਲਾਹਾ ਖੱਟ ਕੇ ਫਿਰ ਸਾਡੇ ਵਾਸਤੇ ਮਾਰਗ ਉਹ ਦਰੜਾਇਆ ਹੈ। ਆਓ ਇਸ ਆਨੰਦ ਵਿੱਚ ਜਿਹੜੇ ਵਿਚਰ ਰਹੇ ਨੇ ਕਿ ਚਰਨ ਕਮਲ ਕੀ ਮੌਜ ਕੋ, ਚਰਨਾਂ ਦੀ ਮੌਜ ਬੜੀ। ਹੇ ਪ੍ਰਭੂ, ਇਹੋ ਜਿਹਾ ਆਨੰਦ ਨਰਕਾਂ 'ਚ ਹੈ, ਕਰਲਾਪ ਹੁੰਦੀ ਹੈ। ਸੁਰਗਾਂ ਵਿੱਚ ਬਹਿਸ਼ਤ ਹੈ, 80 ਸਾਲ ਬਾਅਦ 81ਵੇਂ ਸਾਲ ਵਿੱਚ ਗਿਰ ਜਾਂਦਾ, ਫਿਕਰ ਬਣਿਆ ਰਹਿੰਦਾ ਹੈ। ਪਰ ਮੈਨੂੰ ਤਾਂ ਆਪ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਪ੍ਰੀਤਮ ਰੱਖੀ ਚਰਨਾਂ ਦੇ ਨਾਲ ਜੋੜ ਕੇ ਜੀ, ਰੱਖੀ ਚਰਨਾਂ ਦੇ ਨਾਲ ਜੋੜ ਕੇ। ਰੱਖੀ ਚਰਨਾਂ ਦੇ ਨਾਲ ਜੋੜ ਕੇ, ਰੱਖੀ ਚਰਨਾਂ ਦੇ ਨਾਲ ਜੋੜ ਕੇ। ਚਰਨਾਂ ਦੇ ਨਾਲ ਜੋੜ ਕੇ, चरण कमल की मौज को कैसे उन्मान कहवे को शोभा नहीं देखा ही परवान। सो चित चरण जिथे हस्त कमल सी, नेत्र कमल सी, गुरुआं दे ऐ प्रकाश करना नेत्र तो कवल वांगू खड़ा है। उस नेत्र विच भी कोई अमृत भरी दृष्टि आप जी ने अमृत दृष्टि संच जीव आए ऐ जिस तरह सिंज देन, जिस तरह छिट्टा देईदा है गुरु सतगुरुदेव नदर करके। और चरण कमल ऐ हस्त भी हथ भी कर देन जिन्हां दे विच मेरा भरिया एक एक रेखा है, जिस विच पता नहीं कीड़ियां रिद्धियां निधियां सिद्धियां खुशियां लोक परलोक दे सुख उस विच ऐ रहमत भरे खजाने पे हन। यह है प्यो दादे का खोल डिठा खजाना, ता मेरे मन भया निदान। खाबो खर्चो रल मिल पाई, टोट न आवे बद हो जाई। तो हस्त कमल चरण कमल, चरना विच भी कमल है, चरना विच फिर पदम भी है अवतारां दे। कवल पैर सारिਆਂ ਦੇ अखी कहते ਅਸੀਂ कहने पर गुरु साहब ਦੇ चरण कमल की मौस। गुरुआं ਦੇ चरण ਕਿਹੜੇ ਨੇ, हस्त ਕਿਹੜੇ ਨੇ, नेत्र ਕਿਹੜੇ ਨੇ, नाभि कमल भी है। नाभ खिड़दी है, नाभ कमल ते ब्रह्मा उपजे। नाभि दियां भी धुना हन, क्या रेखा हन, उन्हां दा भी खड़ा हर एक भगवान विष्णु स्वरूप जो विष्णु अवतार गुरु नानक साहब भी मन्ने परमन्ने। राम होए श्याम होए विष्णु भगवान लक्ष्मी नर अवतार ते माया दे अवतार मायापति अवतार। जिन्हां नाल माया गृहस्थ विच उदास रहे उन्होंने कमलापति आख्या जाता। विष्णु अवतार संसार विच गृहस्थ विच रह के अपने जीवन विच उस उच्ची अवस्था नूं प्राप्त होए भगवान विष्णु स्वरूप राम श्याम गोविंद गो कहिए लक्ष्मी विष्णु भगवान गुरु नानक साहब दशमेश पिता जी तक। आओ जरा इस आनंद विच चरण कमल की मौज माणन वाला कल का कुछ मैं नाल साखी प्रमाण भी विचार नाल कि भाई मानस जन्म तो मिल गया है, मानस जन्म की प्राप्ति हो गई है कि असी इसनों सफल कर लिया है। भगत कबीर जी वाले शब्द की कुछ मैं टूक मात्र प्रमाण दिता सी, ये सफल कदों हुंदा है। और पहला शब्द भी गुरु अर्जन देव जी महाराज का सफल करने वास्ते कि भई प्राप्त मानुख देहुरिया गोबिंद मिलन की एहो तेरी बड़ी, यही तेरी वेर है। इस यही समा है गोल्डन चांस जिन्हों कहते हैं सुनहरी मौका मिलया है
ਇਸ ਦੇ ਵਿੱਚ ਤੂੰ ਪ੍ਰਾਪਤੀ ਕਰ ਸਕਦਾ ਹੈ, ਇਹਨੂੰ ਸਫਲ ਕਰ ਸਕਦਾ ਹੈ। ਪਾਸ ਤਾਂ ਪਾਪੀਆਂ ਦੇ ਵੀ ਟਾਈਮ ਹੋ ਜਾਂਦੇ ਨੇ। ਜਿਹੜਾ ਲੱਖਾਂ ਗਊ ਕਤਲਾਮ ਕਰਦਾ ਹੈ, ਲੱਖਾਂ ਪਾਪ ਕਰਦਾ ਹੈ, ਕਦੇ ਭੁੱਲ ਕੇ ਵੀ ਪਰਮੇਸ਼ਰ ਤੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਹੈ। ਸਮਾਂ ਤਾਂ ਉਹਨਾਂ ਦਾ ਵੀ ਮਾਨਸ ਜਨਮ ਦਾ ਲੰਘ ਜਾਂਦਾ ਹੈ, ਪਰ ਉਹਨਾਂ ਦਾ ਬੇਅਰਥ ਚਲਿਆ ਜਾਂਦਾ ਹੈ। ਜਿਨ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ। ਉਹਨਾਂ ਤਾਂ ਅਲੰਭਾ ਹੈ, ਇਹ ਮਾਨਸ ਜਨਮ ਦੁਲੰਭ ਹੈ। ਨਾਮ ਬਿਨ ਬਿਰਥਾ ਸਭ ਜਾਏ। ਬੇਅਰਥ ਹੈ ਨਾਮ ਤੋਂ ਬਿਨਾ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਪਸ਼ੂ ਢੋਰ ਦੀ ਨਿਆਈ ਉਹਨਾਂ ਨੂੰ ਆਖਿਆ ਹੈ। ਏਕ ਭਗਤ ਭਗਵਾਨ, ਜੈ ਪ੍ਰਾਨੀ ਕਹਿ ਨਾਹੇ ਮਨ। ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਉਹਦਾ ਸਰੀਰ ਸੂਕਰ ਦਾ, ਸੂਰ ਦਾ, ਸਵਾਨ ਕੁੱਤੇ ਦੀ ਨਿਆਈ ਦੇਖਣ ਵਿੱਚ ਹੀ ਇਨਸਾਨ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ ਕਰੇ ਵੀ ਕੀ। ਉਹ ਮਾਨਸ ਤੇਰੀ ਜਾਤੀ ਹੈ ਕਰਦੇ ਕਰਤੂਤ ਪਸ਼ੂ ਵਾਲੀ। ਮਾਨਸ ਤੇਰੀ ਜਾਤੀ ਹੈ ਕਰਦੇ ਕਰਤੂਤ ਪਸ਼ੂ ਵਾਲੀ। ਪਸ਼ੂ ਵਾਲੀ ਮਾਨਸ ਤੇਰੀ ਜਾਤੀ। ਮਾਨਸ ਤੇਰੀ ਪਸ਼ੂ ਵਾਲੀ ਕਰਦੇ ਕਰਤੂਤ ਪਸ਼ੂ ਵਾਲੀ। ਕਰਦੇ ਕਰਤੂਤ ਪਸ਼ੂ ਵਾਲੀ। ਮਾਨਸ ਤੇਰੀ ਜਾਤੀ ਹੈ ਕਰਦੇ ਕਰਤੂਤ ਪਸ਼ੂ ਵਾਲੀ। ਮਾਨਸ ਤੇਰੀ ਜਾਤੀ ਹੈ ਕਰਦੇ ਕਰਤੂਤ ਪਸ਼ੂ ਵਾਲੀ। ਕਰਤੂਤ ਪਸ਼ੂ ਕੀ ਮਾਨਸ ਜਾਤ। ਸੋ ਮਾਨਸ ਜਨਮ ਨੂੰ ਆ ਦੇਖਿਓ ਜ਼ਰਾ ਕਿੱਥੇ ਜੀਵਨ ਸੀ, ਆਪਾਂ ਵੀ ਉਸ ਤੋਂ ਲਾਹਾ ਲੈਣਾ ਹੈ। ਤੇ ਕੁਛ ਹੁਣ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲ ਦਾ ਪ੍ਰੀਤਮਾਨ ਭਾਈ ਮਰਦਾਨਾ ਔਰ ਰਾਤ ਸੁਣੇ ਸੀ, ਉੱਥੋਂ ਥੋੜਾ ਜਿਹਾ ਕੁਛ ਆਨੰਦ ਮਾਣੀਏ। ਪੁੱਛ ਜਰਾ ਬਘਿਆੜ ਨੂੰ, ਆਪ ਤੀਸਰੇ ਦਿਨ ਦੇ ਸਰੋਤਾ ਜਨ, ਮਰਦਾਨਿਆਂ ਵੀ ਇਹਨੇ ਕਿਉਂ ਨਹੀਂ ਬਖਸ਼ ਕੀਤਾ ਹੈ ਮੁਰਦੇ ਨੂੰ, ਲਾਸ਼ ਨੂੰ। ਮਾਨਸ ਜਨਮ ਦਾ ਇੱਕ ਅਧਿਕਾਰੀ ਸੀ, ਅਧਿਕਾਰ ਹੈ ਤਾਂ ਸੀ, ਪਰ ਉੱਥੋਂ ਖਾਸ ਲਾਹਾ ਨਾ ਖਟਿਆ ਗਿਆ। ਹੁਣ ਬਘਿਆੜ ਉੱਤਰ ਦੇ ਰਿਹਾ ਹੈ, ਜਿਵੇਂ ਆਪਾਂ ਸਵਾਲ ਗੁਰਮੁਖੀ ਵਿੱਚ ਆਪਣੀ ਭਾਸ਼ਾ ਵਿੱਚ ਇਸ ਤਰ੍ਹਾਂ ਕਿਉਂ ਨਹੀਂ ਭਾਈ ਬਖਸ਼ ਕੀਤਾ। ਕਹਿਣ ਲੱਗੇ ਮੈਂ ਪੈਰ, ਕਹਿੰਦੇ ਹਾਂ ਵਾਰ-ਵਾਰ ਤੂੰ ਅੰਗ ਦੇਖੇ ਵੀ ਪੈਰ ਸੌਂਗ ਵਿੱਚ ਲਿਆਂਦੇ ਸੀ, ਨਾਸਕਾਂ ਦੁਆਰਾ ਸੁੰਘਿਆ, ਠੀਕ ਹੈ, ਉਹਨਾਂ ਦਾ ਕੰਮ ਹੈ ਇੰਦਰੀਆਂ ਦਾ। ਮੈਂ ਇਹ ਕਹਿ ਬਦਬੂ ਆਉਂਦੀ ਹੈ, ਕੀ ਹੈ ਤੀ ਦੇਖਿਆ ਕੀ ਸੀ। ਕਹਿਣ ਲੱਗੇ ਮੈਂ ਦੇਖਿਆ ਚਰਨ। ਗੁਰੂ ਸਾਹਿਬ ਨੇ ਵੀ ਫਰਮਾਉਂਦੇ ਨੇ, ਚਰਨ ਸੁਹਾਵੇ ਜੋ ਤਉ ਤਿਰ ਜੁਲਦੇ, ਸੀਸ ਸੁਹਾਵਾ ਚਰਨੀ। ਚਰਨ ਦੇਖੇ, ਪੈਰ ਦੇਖੇ, ਕਦੇ ਇਹਨਾਂ ਪੈਰਾਂ ਨਾਲ ਤੁਰ ਕੇ ਮਾਨਸ ਜਨਮ ਤੋਂ ਮਿਲ ਗਿਆ। ਇਕੱਲੇ ਇਕੱਲੇ ਅੰਗ ਤੋਂ ਕੰਮ ਵੀ ਲਿਆਏ ਨਹੀਂ। ਕਦੀ ਤੁਰ ਕੇ ਪੈਦਲ ਜਾਣਾ, ਯਾਤਰਾ ਕਰਨੀ, ਤੀਰਥ ਯਾਤਰਾ ਕਰਨੀ, ਗੁਰੂ ਆਸ਼ਰਮ ਵਿੱਚ ਸਾਧੂ ਸੰਗਤ ਵਿੱਚ
ਕਦੀ ਇਹ ਸੰਗਤ ਵਿੱਚ ਚੱਲ ਕੇ ਵੀ ਗਿਆ ਹੈ। ਉਹਨਾਂ ਪੈਰਾਂ ਨਾਲ ਜਿੱਥੋਂ ਕੰਮ ਲੈਣਾ ਸੀ, ਚਰਨ ਪੈਰ ਸਭ ਦੇ ਨੇ, ਪਰ ਗੁਰੂਆਂ ਦੇ ਤੇ ਮਹਾਂਪੁਰਸ਼ ਸਾਧੂਆਂ ਦੀ ਉਪਮਾ ਕੀਤੀ ਹੈ ਇਹਨਾਂ ਚਰਨਾਂ ਦੀ। ਉਹਨਾਂ ਚਰਨਾਂ ਦੀ ਬਹੁਤ ਉਪਮਾ ਕੀਤੀ ਹੈ। ਚਰਨਾਂ ਨਾਲ ਲੱਗੀ ਧੂੜੀ ਦੀ ਵੀ ਉਪਮਾ ਕੀਤੀ ਹੈ। ਧੂੜੀ ਮਿੱਟੀ ਤਾਂ ਹੋਰ ਬੜੀ ਉੱਡਦੀ ਹੈ, ਪਰ ਜਿੱਥੇ ਮੋਕੋ ਕਰ ਸੰਤਨ ਕੀ ਧੂਰੇ, ਮਾਗ ਮਜਨ ਸੰਗ ਸਾਧੂਆਂ ਧੂਰੀ ਕਾਰਿਸ਼ਨਾ। ਸਾਧੂਆਂ ਤੇ ਸਾਧੂਆਂ ਦੇ ਦੋ ਵਿਚਾਰ ਨੇ, ਤੇ ਬਿੰਦੀ ਔਰ ਖਲਾਸ ਦੋਏ ਟਕਸਾਲਾਂ ਦੇ ਪਾਠ ਨੇ। ਗੁਰੂ ਕਾਸ਼ੀ ਦਮਦਮਾ ਸਾਹਿਬ ਦਾ ਸਾਧੂਆ, ਸਾਧੂ ਸਿੱਧਾ ਕਹਿ ਸਾਧੂਆਂ ਬਿੰਦੀ ਲੱਗ ਗਈ ਆ ਬਹੁ ਗਿਣਤੀ ਵਿੱਚ। ਇਹ ਭਾਈ ਮਨੀ ਸਿੰਘ ਜੀ ਦੀ ਅੰਮ੍ਰਿਤਸਰ ਵਾਲੀ ਟਕਸਾਲ ਦਾ ਇੱਥੇ ਪਾਠ ਔਰ ਇੱਥੇ ਵਿਚਾਰ ਅਰਥ ਹੋਵੇਗਾ। ਇਹ ਵੀ ਭੇਦ ਜਿੰਨਾ ਚਿਰ ਕੋ ਇਹ ਪੜ੍ਹਿਆ ਨਹੀਂ ਪਏ, ਜਿਹੜੇ ਸਕੂਲ ਦੀ ਵਿੱਦਿਆ ਹੈ, ਕਾਲਜਾਂ ਦੀ ਵਿੱਦਿਆ ਹੈ, ਉਹ ਪੜ੍ਹ ਕੇ ਬਹੁਤ ਕਹਿੰਦੇ ਨੇ ਮੈਂ ਵੀ ਪਰੋਲ ਲਾ ਲੂੰਗਾ, ਮੈਂ ਵੀ ਪਾਠ ਕਰ ਲੂੰਗਾ, ਪਰ ਉਹਦੇ ਵਿੱਚ ਭੇਦ ਬੜਾ ਹੈ। ਲਾਮ ਦੁਲਾਮ ਦਾ ਵੀ ਕੋਈ ਭੇਦ ਰੱਖ ਕੇ ਕਰਦਾ ਹੈ ਪਾਠ, ਉਹਨੂੰ ਬਹੁਤ ਹੀ ਦੋਸ਼ ਦੱਸਿਆ ਹੈ। ਮੈਂ ਤਾਂ ਇੱਧਰ ਨਾਮ ਵਾਲਾ ਜਾਂਦਾ ਹੋਇਆ, ਗੁਰਬਾਣੀ ਅਨੁਸਾਰ ਵੀ ਇਹ ਵੀ ਮਹਾਂਪੁਰਸ਼ਾਂ ਤੋਂ ਸੰਪਰਦਾ ਵਿੱਚੋਂ ਟਕਸਾਲ ਵਿੱਚੋਂ ਵਸਤੂ ਮਿਲਦੀ ਹੈ। ਨਹੀਂ ਪੜ੍ਹੀ ਜਾਓ, ਹੋਰ ਸਕੂਲੀ ਵਿੱਦਿਆ ਬੜੀ ਪੜ੍ਹੇ ਹੋਏ ਆ, ਬਹੁਤ ਪੜ੍ਹ ਲਓ, ਪੜ੍ਹਿਆ ਨਹੀਂ ਭੇਦ, ਪੜ੍ਹ ਕੇ ਕੋਈ ਪਤਾ ਨਹੀਂ ਲੱਗਣਾ ਸ਼ੁੱਧ ਹੈ ਕਿ ਅਸ਼ੁੱਧ ਹੈ, ਬੁੱਝਿਆ ਪਾਵਣਾ। ਕਈ ਨਹੀਂ ਸੱਜਣੇ ਇਸ ਗੱਲ ਦਾ ਖਿਆਲ ਰੱਖਦੇ, ਤਾਂ ਗੁਰਮਤ ਅਨੁਸਾਰ ਸੰਪਰਦਾ ਚੋਂ ਜਿਹੜੀ ਵਸਤੂ ਮਿਲਦੀ ਹੈ ਉਹਦਾ ਕੁਛ ਮੁੱਲ ਪੈਂਦਾ ਹੈ। ਪੜ੍ਹੇ ਬਹੁਤ ਨੇ, ਪ੍ਰੋਫੈਸਰ ਡਾਕਟਰ ਬੜੇ ਬੜੇ ਲੈਕਚਰ ਦੇ ਰਹੇ ਨੇ, ਅੱਜ ਟੀਕੇ ਪੜ੍ਹ ਕੇ ਦੇ ਰਹੇ ਨੇ, ਲਿਖ ਲੈਂਦੇ ਨੇ, ਸੁਣਾ ਦਿੰਦੇ ਨੇ, ਬੜੇ ਬੜੇ ਬਹੁਤ ਮਿਲਦੇ ਨੇ ਪ੍ਰੋਫੈਸਰ, ਪ੍ਰਿੰਸੀਪਲ, ਡਾਕਟਰ, ਬੜੇ ਬੜੇ ਦਰਜੇ ਨੇ। ਗੁਰਮਤ ਵਿੱਚੋਂ ਸਾਧੂ ਸੰਤਾਂ ਦੇ ਜੋ ਕੁਛ ਹੈ ਮੈਟੀਰੀਅਲ, ਇਹਦੇ ਵਿੱਚੋਂ ਹਿੱਸਾ ਲੈ ਕੇ ਬੋਲ ਜਾਂਦੇ ਨੇ ਉਹ। ਪਰ ਗੁਰਮਤ ਵਿੱਚ ਜਿਤਨਾ ਚਿਰ ਘੜੀਆ ਸ਼ਬਦ ਸੱਚੀ ਟਕਸਾਲ, ਜਿੰਨਾ ਚਿਰ ਉਹ ਗੁਰਮਤ ਅਨੁਸਾਰ ਸਾਧੂ ਸੰਪਰਦਾ ਜੋ ਦਸ਼ਮੇਸ਼ ਜੀਆਂ ਦੀ ਚਲਾਈ ਪਰੰਪਰਾ ਹੈ, ਉਸ ਅਨੁਸਾਰ ਪੜ੍ਹ ਕੇ ਨਹੀਂ ਇਹ ਵਿਦਿਆ ਪ੍ਰਾਪਤ ਕਰਕੇ ਅੱਗੇ ਨਹੀਂ ਵਰਤਾਉਂਦਾ, ਉਹਦਾ ਲਾਭ ਨਹੀਂ। ਉਹ ਠੀਕ ਹੈ ਕਿ ਪੜ੍ਹਿਆ, ਅਸੀਂ ਕਹਿੰਦੇ ਨੇ ਡਿਗਰੀਆਂ, ਅੱਜ ਲੱਕ ਜਿਹੜਾ ਯੁੱਗ ਹੈ ਵੀ ਇਹ ਤਾਂ ਬੜਾ ਜੀ ਡਿਪਲੋਮਾ ਕੀਤਾ, MA ਕੀਤੀ ਹੈ, ਪ੍ਰੋਫੈਸਰ ਹੈ, ਪ੍ਰਿੰਸੀਪਲ ਹੈ, ਉਹਦੀ ਗੱਲ ਬੜੇ ਪੜ੍ਹੇ ਲਿਖੇ ਕਹਿੰਦੇ ਨੇ ਇਹ ਤਾਂ ਬੜਾ ਪੜ੍ਹਿਆ ਹੈ। ਪਰ ਨਹੀਂ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹ ਕੇ ਉਹ ਤਾਂ ਗੱਲ ਮੈਂ ਦੇਖਿਆ ਇਸ ਘਰੇ ਸੰਗਤ ਵਿੱਚ ਗਿਆ ਤੁਰ ਕੇ, ਨਹੀਂ ਜੇ ਤੁਰ ਕੇ ਜਾਂਦਾ, ਕਿਉਂਕਿ ਮੈਨੂੰ ਗਿਆਨ ਹੋ ਚੁੱਕਿਆ ਸੀ, ਬੋਧ ਹੋ ਚੁੱਕਿਆ, ਸਰਾਧ ਪੜ੍ਹੇ ਹੀ ਹੈ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਵਲ ਕਰ। ਗੁਰਬਾਣੀ ਸੁਣ ਕੇ, ਕੀਰਤਨ ਸੁਣ ਕੇ, ਗੁਰੂ ਮਹਾਰਾਜ ਜੀ ਦੀ ਫਿਰ ਰਸਨਾ ਤੋਂ ਫਿਰ ਆਪ ਨਾਰਾਇਣ ਪਰਮੇਸ਼ਰ ਖੁਦ ਅੰਮ੍ਰਿਤ ਬਰਸਾਉਂਦੇ ਨੇ। ਉਸ ਬਾਣੀ ਦਾ ਕੀਰਤਨ ਨਿਰਮੋਲ ਕੀ ਹੀਰਾ, ਆਨੰਦ ਗੁਣੀ ਕੀ ਹੀਰਾ। ਸੋ ਇਸ ਯੁੱਗ ਵਿੱਚ ਵੀ, ਕਲ ਯੁੱਗ ਮੈਂ ਕੀਰਤਨ ਪ੍ਰਧਾਨਾ, ਕਲ ਯੁੱਗ ਵਿੱਚ ਕੀਰਤਨ ਨੂੰ ਪ੍ਰਧਾਨਗੀ ਦਿੱਤੀ ਹੈ। ਫਿਰ ਕੀਰਤਨ ਗੁਰੂ ਨਾਨਕ ਸਾਹਿਬ ਦਾ, ਉਹਦੇ ਕਪਾਟ ਖੁੱਲ ਗਏ, ਉਹਨੂੰ ਸੱਤ ਨਿਰਤ ਦਾ, ਜਿਵੇਂ ਕਿ ਸੱਤ ਨਿਰਤ ਬੂਝੈ ਜੇ ਕੋਈ ਵੀ ਕੌਮ ਨੂੰ ਸਾਂਝਾ ਇਸ ਤੇ, ਕੋਈ ਵੀ ਸੱਚ ਕੀ ਸੱਚ ਕੀ ਹੈ ਤੇ ਝੂਠ ਕੀ ਹੈ। ਕਥਾ ਪੜ੍ਹ ਲਈ ਹੈ, ਰਾਮਾਇਣ ਜੈਸੇ ਸੁਣ ਲਈ, ਰਾਵਣ ਵਾਲੇ ਗਿਆਨ ਬੋਧ ਦੀ ਲੋੜ ਹੈ ਕਿ ਰਾਮ ਵਾਲੇ, ਕੰਸ ਦਾ ਕਿ ਕ੍ਰਿਸ਼ਨ ਦਾ ਹਾਲ ਜੀਵਨ ਕਿਹਾ ਜਾ ਬਣਾਉਣਾ ਹੈ, ਇਧਰ ਬਾਬਰ ਵਾਲਾ ਬਣਾਉਣਾ ਕਿ ਗੁਰੂ ਨਾਨਕ ਸਾਹਿਬ ਵਾਲਾ ਬਣਾਉਣਾ ਹੈ। ਔਰੰਗਜ਼ੇਬ ਵੀ ਆਪਣਾ ਸਮਾਂ ਗੁਰੂ ਮਹਾਰਾਜ ਜੀ ਜਾਂ ਜਹਾਂਗੀਰ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ, ਹੋਰ ਰਾਜਿਆਂ ਦੇ ਲਓ। ਔਰੰਗਜ਼ੇਬ ਦੀ ਵੀ ਕਥਾ ਤਾਂ ਆਉਂਦੀ ਹੈ ਕਿ ਅਸੀਂ ਉਹਦੇ ਵਾਲੇ ਗੁਣ ਲੈਣੇ ਨੇ, ਉਹ ਤਾਂ ਔਗਣੀ ਸੀ, ਮਹਾਪਾਪੀ ਸੀ। ਦਸ਼ਮੇਸ਼ ਜੀ ਵਾਲੇ, ਉਹਨਾਂ ਨੂੰ ਸੱਚ ਕੀ ਹੈ ਤੇ ਝੂਠ ਕੀ ਹੈ, ਸੱਤ ਨਿਰਤ ਬੂਝੈ ਜੇ ਕੋਈ। ਉੱਥੇ ਇਹ ਵਿਚਾਰੋ, ਉਸ ਨਿਰਣਾ ਕਰੋ, ਤੋਲੋ ਉਸਨੂੰ, ਐਨ ਛਾਣਬੀਣ ਕਰ ਦਿਓ ਉਸਦੀ, ਬਈ ਸੱਚ ਕੀ ਹੈ, ਮੈਂ ਉਸਦੀ ਪ੍ਰਾਪਤੀ ਕਰਾਂ, ਇਹ ਤੋਂ ਲਾਹਾ ਮੈਨੂੰ ਕੀ ਮਿਲਣਾ ਹੈ। ਹਾਂਜੀ ਮਾਨਸ ਜਨਮ ਮਿਲਿਆ, ਪਰ ਇਹ ਨਹੀਂ, ਜੇ ਮੈਨੂੰ ਇੰਨਾ ਬੋਧ ਹੋ ਗਿਆ ਸੀ ਬਈ ਮੈਂ ਰਾਤ ਵੀ ਮੈਂ ਉਹੀ ਕਿ ਅਨਾਜ ਮੰਗੋ ਸੱਤ ਸੀਕਾ, ਕਿਸੇ ਚੰਗੀ ਹੱਕ ਸੱਚ ਦੀ ਕਮਾਈ ਵਾਲੇ ਦੇ ਹੱਥੋਂ, ਉਹਦੇ ਘਰੋਂ, ਉਹਦੀ ਕਮਾਈ ਚੋਂ ਭੋਜਨ ਛਕੋ, ਤੁਹਾਡੀ ਸ਼ੁੱਧ ਬਿਰਤੀ ਰਹੇਗੀ। ਜੇ ਕਿਸੇ ਦੀ ਅਲਗਰਜ਼ ਪਣੇ, ਝੂਠੀਆਂ ਕਿਦਿਆਂ ਚੋਰੀਆਂ, ਠੱਗੀਆਂ ਮਾਰੀਆਂ, ਪ੍ਰਪੰਚ ਕੀਤੇ ਦਾ ਛਕੋਗੇ, ਤਾਂ ਸਾਡੀ ਬਿਰਤੀ ਵਿੱਚ ਵੀ ਕਦੇ ਗੁਰੂ ਮਹਾਰਾਜ ਵੱਲ ਬਿਰਤੀ ਨਹੀਂ ਲੱਗੂਗੀ, ਐ ਚੱਕਰ ਵਿੱਚ ਹੀ ਪਿਆ ਰਹਿੰਦਾ ਹੈ, ਸ਼ੁੱਧ ਬਿਰਤੀ ਨਹੀਂ ਰਹਿੰਦੀ ਹੈ। ਤੋ ਇਹਨੂੰ ਮਲ ਵਿਖੇਪ ਵਰਣਾਂ ਵਾਲੇ ਖਿਆਲਾਂ ਵਿੱਚ ਵੀ, ਔਰ ਪੱਖ ਅਪੱਖ ਵਿੱਚ ਵੀ ਕਹਾਂਗੇ, ਸੱਤ ਨਿਰਤ ਵੀ ਕਹਾਂਗੇ। ਹੁਣ ਨਿਸ਼ਚਾ ਕਰਾਉਣਾ ਸਾਡਾ ਬੁੱਧੀ ਵੀ ਹੈ, ਮਨ ਵੀ ਹੈ,
ਭਾਈ ਮਰਦਾਨੇ ਨੂੰ ਬਘਿਆੜ ਕਰਾ ਰਿਹਾ ਹੈ ਆਪ ਦੇ ਵੱਲੋਂ। ਮੈਨੂੰ ਇੰਨੀ ਸੋਝੀ ਸੀ, ਭਾਵੇਂ ਮੈਂ ਮਾਸਾਹਾਰੀਆਂ 2-3 ਦਿਨ ਹੋ ਗਏ, ਮੈਨੂੰ ਖੁਰਾਕ ਨਹੀਂ ਮਿਲੀ ਸੀ, ਭੁੱਖਾ ਵੀ ਸੀ, ਮੈਂ ਬਖਸ਼ ਕਰ ਲੈਂਦਾ। ਪਰ ਮੈਂ ਸੋਚਿਆ ਮੈਂ ਤਾਂ ਪਹਿਲਾਂ ਹੀ ਪੁੱਠੀਆਂ ਵਿੰਗੀਆਂ ਟੇਢੀਆਂ ਚੂਨਾ ਵਿੱਚ ਧੱਕੇ ਖਾਂਦਾ ਫਿਰਦਾ, ਕਿਉਂਕਿ ਮੇਰੇ ਹੱਥੋਂ ਮਾਨਸ ਜਨਮ ਚਲਿਆ ਗਿਆ। ਮੈਂ ਗਵਾ ਬੈਠਿਆ, ਬੇਅਰਥ ਸੱਚ ਸੀ, ਕਿਉਂਕਿ ਇਹ ਉਹੀ ਮਾਨਸ ਜਨਮ ਹੈ ਕਿ ਵੀਰ ਇੱਕ ਅਚੰਬਾ ਦੇਖਿਆ, ਹੀਰਾ ਹੱਟ ਵਿਕਾਏ, ਬਨ ਜਨਹਾਰੇ ਬਾਹਰਾ ਕੋਡੀ ਬਦਲੇ ਜਾਏ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੋਡੀ ਬਦਲੇ ਜਾਏ। ਐ ਮਨਾ ਦੇਖੀ, ਜਿੱਥੇ ਸੀ ਹੀਰੇ ਜੈਸਾ ਜਨਮ ਹੈ, ਮੈਂ ਇੱਥੇ ਮਨ ਵਿੱਚ ਆਇਆ ਜਿਹੜਾ ਪਿਆਰ ਦੀ ਗੱਲ ਦਾ ਸਬੂਤ ਉਹ ਇਹੀ ਹੈ। ਉਹ ਤੁਰਜੀ ਨਾ ਹਾਰ ਕੇ ਜਨਮ ਅਮੋਲਕ ਹੀਰੇ, ਤੁਰਜੀ ਨਾ ਹਾਰ ਕੇ ਜਨਮ ਅਮੋਲਕ ਹੀਰੇ। ਦੇਖੀ ਕਿਤੇ ਤੁਰਜੇ ਹਾਰ ਕੇ ਜਨਮ ਅਮੋਲਕ ਹੀਰਾ, ਤੁਰਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ। ਅਮੋਲਕ ਹੀਰਾ ਦੇਖੀ ਕਿਤੇ ਤੁਰਜੇ ਹਾਰ ਕੇ ਜਨਮ ਅਮੋਲਕ ਹੀਰਾ, ਤੁਰਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ। ਜੈਸਾ ਜਨਮ ਹੈ, ਜਿਸ ਨੂੰ ਮਹਾਰਾਜ ਨੇ ਕਿਤਨੀ ਕੀਮਤ ਦੇ ਇੱਕ ਬਦਲੇ ਮਾਨਸ ਜਨਮ ਨੂੰ ਸਾਹਮਣੇ ਇੱਕ ਪ੍ਰਤੱਖ ਪ੍ਰਮਾਣ ਦੇਣਾ, ਤਾਂ ਮਾਨਸ ਜਨਮ ਸਫਲ ਕਰਨਾ। ਕਹਿੰਦੇ ਦੇਖਿਆ ਇਹਨਾਂ ਨੇ ਪੈਰਾਂ ਨਾਲ ਚਰਨਾਂ ਨਾਲ ਤੁਰ ਕੇ ਕਦੇ ਸੰਗਤ ਵਿੱਚ ਇਹ ਨਹੀਂ ਕਿਹਾ ਸੀ, ਕਿਉਂ? ਉਸ ਸੰਗਤ ਦਾ ਕੁਛ ਲਾਹਾ ਸੀ, ਇਹਦੇ ਪੈਰ ਚਰਨੇ ਜਿਹੜੇ ਉਹ ਸਫਲ ਨਹੀਂ ਹੋਏ। ਮੈਂ ਕਿਹਾ ਐਸੇ ਪਾਪੀ ਪੁਰਸ਼ ਦਾ ਜੇ ਮੈਂ ਮਾਸ ਛਕ ਲਿਆ, ਬਖਸ਼ ਕਰ ਲਿਆ, ਤਾਂ ਪਹਿਲਾਂ ਹੀ ਮੈਂ ਤਾਂ ਤ੍ਰਿਗਤ ਜੂਨਾ ਕਹੀਏ ਕੋਈ ਪੁੱਠੀਆਂ ਵਿੰਗੀਆਂ ਜੀਨਾਂ ਵਿੱਚ ਪਿਆ ਹਾਂ, ਹੋਰ ਮੈਂ ਤਾਂ ਇਸ ਤੋਂ ਵੀ ਜ਼ਿਆਦਾ ਪਾਪੀ ਬਣ ਜਾਊਂਗਾ। ਮੈਨੂੰ ਬੋਧ ਹੋਇਆ ਸੀ ਕੁਛ ਗੁਰਬਾਣੀ ਸੁਣ ਕੇ, ਕੀਰਤਨ ਸੁਣ ਕੇ। ਜਗਨਨਾਥਪੁਰੀ ਦੀ ਇੱਕ ਕਥਾ ਸੀ, ਉੱਚੇ ਪਹਾੜ ਤੇ ਬੈਠੇ ਗੁਰੂ ਨਾਨਕ ਸਾਹਿਬ ਜੀ ਨੇ
जो कीर्तन वरताया पशु प्रेत मुग्ध को उतारे। पशुओं ਨੂੰ भी सुनिया आपने सुनिया 4 पौड़ियां जपजी ਸਾਹਿਬ ਵਿੱਚ ਆਉਂਦੀਆਂ ਨੇ। सुनन ਦਾ ਹੀ ਕੀ फल है। कीर्तन भगती है, श्रवण भगती है, सुनते ही रहो। सुनन नाल भी ये 9 भगतियां विचों श्रवण भगती का आनंद है। सुनन करके भी जीवन का लाहा खटिया जाता है। सुनिया जे सुनिया सिद्ध पीर सुरनाथ, सुनिया धरत तवल आकाश, ये सब सुनन वाली धरती इन्हें वजन चुकी खड़ी है। बिन थम्मा तो गगन है। आ बाणी नाम जे सुनाया जा रहा है, महा आकाशा नूं जांदा है तो आकाश भी नाम बाणी सुन के थम्मे खड़े हैं। नहीं धरती निगर जाए, बाहर देखते हैं उत्थे भुचाल आ गया, उत्थे आ गया। महा पापां दा ही कारण है। अजकल भावें साइंसदान कहते हैं जी नहीं ये तो ऐ भुचाल आउंदा ऐ आउंदा, पर पुराणक साडे विचार ने जिहड़े भी। और जपजी साहब तो लो मुराद, सुनिया धरत तवल आकाश। तो इहदा अर्थ की करनगे विद्वान लोग? यही है नाम सुनाया जाता है महाआकाशा तक भी कि उन्होंने थमदे ही खड़ा है। तो सुनन दा श्रवण भगती का उस बघियाड़ ने यही कह दिता कि मैं फिर इसी करके ये सतपुरुषा भाई मरदाना जी ने गुरु नानक साहब सुने सुनदे मरदाने आ बघियाड़ नूं भावें जिभा सी बोली सी बोल आपदी पहला बोली, पर हुण देख बंदियां वांगू बोलन लग गया है। ये सुनन दा ही प्रताप है बाणी दा। हुण तैनूं उत्तर जिहड़ा तूं सवाल करदे उहदा उत्तर दे रहा है कि हाँ 2 पैर मैं ये भी सज्जा खब्बा देखे, ये तुर के कदे नहीं गए संगत विच। तीर्थ इसना इन्हां ने नहीं कीता, कोई धर्म स्थान ते ये नहीं गए। बिल्कुल ठीक है। तो वे असफल सी जिथे इन्हें मानस जन्म के लाहे खट्टण विच पैरां दी कहंदे ठीक है चलो पैर तां छड्ड दिते। मरदाना फिर सवाल करदा है तू इहदे हत्थां चों थोड़ा बहुता मांस पक्ष कर लैंदा, तू हथ सौंह करके भी फिर मुड़ गया। फिर चक्कर कटिया तैं 10-15 कर्मा जाके फिर मुड़िया। तो उत्थे फिर बघियाड़ ने उत्तर दिता, ये सतपुरुषा मैं बाणी सुनी सी, मैं फिर हथ सुंगन कीते। हस्त कबल तो कहना एक उच्चियां कमाइयां वालियां दा है, जिन्हां दे कबलां विच मैं इहदे विचार पेश कर चुकिया। हथ देखे मैं प्यासी लाश मुर्दा, मुर्दे दे उही शरीर वैसे ही खिंड जाता है, उन्हें किहड़ा खिंचना है। उत्थे उस शक्ति तो रहिंदी होई नहीं, चेतन शक्ति है जिहड़ी इन्हां नूं प्रकाश करदी है, खोलदी है, बंधदी है, खलास करदी है कदे बंधन विच। पर वो नहीं सी। मैं हथ सुंगन कीते, पर क्यों भी इन्हां हत्थां नाल इहने जाके कदी गुरु घर दी, जिस तरह क्यों गुरु नानक साहब तो असीं अपनी सेवा विच कहने आ गुरु घर। उदों महाराज धर्मशाला बनाउंदे ने किसी धर्म स्थान ते, किसी तीर्थ ते, किसी संगत विच जिथे खुले भंडारे धर्मार्थ दे चलते सन, हत्थां नाले कोई सेवा कीती होवे नहीं। इन्हें हथ भी सफले ना कीते कि हथ भी किसी दे भागां वाले दे। चलो जे गुरबाणी कोई लिखदा भी है, धन सो कागज, कागज तो बहुत ने, अखबार थोड़े ने। मैं परसों भी बोलिया सी, पढ़ के ऐ सुट दिंदे आ असीं। वो कागजां नूं धनता नहीं इन्नी दित्ती जांदी। धनता कित्थे जिन्हां ते गुरबाणी लिखी जाती। धन सो कागज, कलम धन। आम कलमां बच्चों दियां बड़े बड़े ऑफिसर लोग ने कलमां बहुत चुकी फिरदे ने, उन्होंने धनता थोड़ो कही है। धनता कही है जेड़े कि गुरबाणी लिखण वाले कलम है। धन सो कागज, कलम धन, धन भांडा वो द्वैत भी, धन मस जिहड़ी शाही उहदे विच पाई, शाही होर बड़ी विकदी है, बड़ी लोग खर्च करते हैं। उन्होंने धन नहीं शाही दे अमृत शब्द वरते गए, गुरु साहब जी ने वरताए नहीं। ते धन भांडा, धन मस, धन लिखारी नानका जिन नाम लिखाया सच। वो लिखारी भी धन है, उसकी कलम भी धन है, वो लिखण वाले हस्त भी। धन बाबा दीप सिंह जी, धन भाई मनी सिंह जी, धन भाई गुरदास जी उस वेले दे, जिन्होंने भाई मोखा जी जिहड़े गुरबाणी लिखते, गुरु अंगद देव जी ने अखर बना दिते ने अगे वरताउने। और धन गुरु अर्जन देव जी महाराज ये बाणी किमें भीड़ बनी, लिखारी भाई बनो जैसे सतपुरुष। वो लिखारी उन्हां दे हस्त भी तनता योग ने, पर सेवा करनी गुरु घर दी, लंगर तैयार करने और झाड़ू बहारू दियां सेवा करनी, हत्थां नाल सेवा करनी, पर इन्हें कोई सेवा नहीं सी कीती। इस करके मैं ये हथ भी छड्ड गया। इवें जिवें भी की बख्श करने ने, की खाने ने, अगे ही मैं तो पापी हाँ, ये भी महापापी है, ਇਹਦਾ मांस खा के मेरी बुद्धि होर भ्रिष्ट हो जाऊगी।
इदू तो ना ही छको फाका ही कट लो कड़ाका जिन्हों कहते ने, ना छको भुखे ही कट लो। मैं इन्ना विचार के इउं छड्ड गया हाँ। गुरु साहिब जी भी ते उन्हां हत्थां वास्ते कमलां चरण कमल सी तां पवित्रता च लिआउंदे सी, पर भाई गुरदास जी ने भी ਇਹਦਾ ਨਿਚੋੜ ਦੇ ਦਿੱਤਾ ਥੋੜਾ ਜਿਹਾ ਸ਼ਬਦ ਵਿੱਚ ਵੀ ਲੈਵੋ ਲਾਹਾ। ਉਹ ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਦਿਨ ਸਾਧ ਸੰਗਤ ਦੀ ਸੇਵਾ, ਤਿਰਕਾਰ ਹੱਥਾਂ ਪੈਰਾਂ, ਤਿਰਕਾਰ ਹੱਥਾਂ ਪੈਰਾਂ ਨੂੰ, तिरग सेवा विन हथ पैर। होर ने फल करनी लख करी जाओ पैदल तुर तुर बड़े पाप कमाने आ, जिंदगी की यात्रा ही कर लेने आ, धन ता युग नहीं। हत्थां नाल थोड़े व्यवहार किए जाते ने, पर यह संग साध संग की सेवा नहीं की। ये अज कार सेवा चलती है ना, कार सेवा विच पवित्रता का रूप होंदा है। बाबा जी संत गुरमुख सिंह गुरमुख दास थे, पहले सिंह फेर बने। 12 साल पटियाले तो पैदल तुर के आते रहे। रोड़ेवाला बदौची के दरम्यान अपना स्थान जो है रोड़ेवाला साहब है। फकीरों का बख्शीशे तख्त, कितने फकीरां नूं बख्शीशा मिलियां। बाबा वीर मदास सिद्ध पुरुष 300 साल पौने 300 साल विचरे इस धरती विच। 12 साल पहला एक होर साधु पास जाया करते सी जहाज कर कोल। उन्होंने एक जज सी किसी समय वो महाराज पटियाला ने, चिड़ी विच रहे। 101 उन्हां दे कंबली नूं टाकी लगी हुई, वो चढ़ाई कर गए, तुर गए, लंघ गए। जज सी किसी समय। उन्हों तो बाद 12 साल फिर बाबा वीरमदास जी के चरणों में पटियाले तो पैदल तुर के आना, दर्शन करके फिर वापस मुड़ जाना। 12 साल बाद एक दिन महापुरुष दयालु हुए, क्यों ये महापुरुषों के हथ भी चाबी दरगाह की परमेश्वर ने बख्शी हुई है। जे संत कृपाल दयाल दमोदर जिन्हां दी कृपा नाल ये वस्तु मिली है। जिस वखर को लैन तू आया, राम नाम संतन कर पाया। ये वस्तु मिलती है, दरगाह का मालिक सी। 12 साल बाद एक दिन महापुरुषों ने खुशी की। संत गुरमुख दास पहले चरणों की घाले लई सी, धूड़ी की बाबा वीरमदास जी महाराज की। फिर जाके अमृत छकिया सी। कोई बचन महापुरुष खुश हुए, कहने लगे गुरमुख दास ठहर जाए। इत्थे खड़ गए, कहते अज पटियाले नूं ना मुड़ी। नहीं सन मैं उत्थे जीवन की एक झलक थोड़ी जी बोलूँ। संत गुरमुख दास जो बिच पटियाले वास, 12 साल जब हो गए तो भी चित उदास। फिर 12 साल होर बीत गए, पहला संतां वास, फिर इधर नूं तुर पे। फिर 12 साल होर बीत गए, नित दर्शन करदियां मान वस्तु मिली। महापुरुष खुश होए। अगली पंक्ति की है, यदि कथा मेरी तो आप दी कथा ही है, समझो आप नूं भी ऐडे महापुरुष की कथा का आनंद है। तेरी भगती हो गई पूर्णा बाबा वीरमदास बखान। सिखा सेवका तेरी भगती अज पूरी हो गई, तू जेड़े रस्ते ते तुरया आउंदा सी। पर एक गल सुन ले, पिछा नहीं मुड़ के देखना। एक बचन का पालन पाओ, किसदा धी पुत इस्तरी तू सिंह गुरु का सज जाओ। अमृतसर विच पहुंच के अमृत छको छकाओ, पिछा नहीं मुड़ के देखना, मुख जिधरे उधरे जाओ। ऐसी वस्तु मैं लाइना ते आपे अर्थ समझ लियो। तो की कहा महाराज ने, साक्षात मौन ओदा जो विचार है। महाराज कहन लगे अज ना उन्हें इन्ने बचन नाल संत महाराज ने, वो गृहस्थी भी सी, गृहस्थ चों उन्होंने इको ही बचन नाल ऐसी नदर की, मोह का जाल कट दिता। जिमें डॉक्टर लोग देखो, एक तो पेशेंट है मोतिया उतरिया हुआ, वो अपने आप नहीं उतार सकता आपका मोतिया। डॉक्टर लोग ने जेड़े मोतिया उतार के शुद्ध नेत्र बख्श देंदे हैं। अज्ञान या भरमा का मोह का ऐ जाल कट के
ਇੱਕੋ ਹੀ ਵਚਨ ਨਾਲ ਬਸ ਨਿਰਮੋਹ ਕਰ ਦਿੱਤੇ, ਮੋਹ ਸੇ ਰਹਿਤ ਕਰ ਦਿੱਤੇ। ਕਹਿੰਦੇ ਵਚਨ ਸੁਣ ਲੈ, ਹੁਣ ਪਿੱਛਾ ਨਾ, ਅੱਜ ਤੋਂ ਹੁਣ ਨਾ ਪਟਿਆਲੇ ਨੂੰ ਜਾਈ, ਹੁਣ ਨਾ ਘਰਦਿਆਂ ਵਿੱਚ ਜਾਈ, ਤੇ ਇੱਥੋਂ ਦਰਗਾਹ ਦਾ ਕੋਈ ਕੰਮ ਕਰਾਉਂਦੇ ਆ। ਤੁੱਠੇ ਮਹਾਪੁਰਸ਼ ਸੰਤ ਕਿਰਪਾਲ ਦਿਆਲੂ ਹੋ ਗਏ, ਦਇਆ ਦੇ ਸਾਗਰ ਹੈ। ਕਹਿਣ ਲੱਗੇ ਮੁਖ ਜਿੱਧਰ ਹੈ ਉਧਰੇ ਜਾਓ। ਕਿੱਧਰ ਨੂੰ ਮੁਖ ਸੀ? ਇਹ ਸਾਹਮਣੇ ਸਮਝੋ ਤੋਂ ਪਟਿਆਲੇ ਤੋਂ ਅੰਮ੍ਰਿਤਸਰ ਵੱਲ ਨੂੰ ਇਹ ਸੀ, ਉਸ ਧਰਤੀ ਵਿੱਚੋਂ। ਕਹਿੰਦੇ ਜਿੱਧਰ ਨੂੰ ਮੁਖ ਹੈ ਉਧਰ ਨੂੰ ਜਾਣਾ। ਫਿਰ ਮਹਾਰਾਜ ਜੀ ਮੈਨੂੰ ਥੋੜਾ ਜਿਹਾ ਤਾਂ ਕੁੰਡੀ ਖੋਲ ਦਿਓ, ਦੱਸ ਦਿਓ ਮੈਂ ਜਾਵਾਂ ਕਿੱਥੇ। ਸੰਤ ਮਹਾਰਾਜ ਕੀ ਕਹਿੰਦੇ ਹੈ, ਅੰਮ੍ਰਿਤਸਰ ਵਿੱਚ ਪਹੁੰਚ ਕੇ ਅੰਮ੍ਰਿਤ ਛਕੋ ਛਕਾਓ। ਕਹਿੰਦੇ ਮਹਾਰਾਜ ਮੈਂ ਤੁਹਾਡਾ ਚਰਨ ਕਾੜ ਲਿਆ, ਚਰਨ ਧੂੜੀ ਲਈ ਹੈ, ਜਲ ਪਾ ਕੇ ਚਰਨਾ ਮਿਰਤ ਲੈ ਲਿਆ ਹੈ, ਰਾਮ ਰਾਮ ਹੀ ਮੈਂ ਤਾਂ, ਤੁਸੀਂ ਰਾਮ ਰਾਮ ਹੀ ਕਦੀ ਕਦੀ ਬੋਲਦੇ ਹੋ ਭਗਤ ਕਬੀਰ ਜੀ ਵਾਂਗ, ਤੇ ਮੈਂ ਤਾਂ ਉਹੀ ਰਾਮ ਰਾਮ ਹੀ ਸ਼ਬਦ ਜਪਣਾ। ਕਹਿੰਦੇ ਨਹੀਂ, ਹੁਣ ਜਾ ਕੇ ਅੰਮ੍ਰਿਤਸਰ ਵਿੱਚ ਪਹੁੰਚ ਕੇ ਅੰਮ੍ਰਿਤ ਛਕਿਓ ਔਰ ਹੋਰ ਵੀ ਵਰਤਾਇਓ। ਪਰ ਮਹਾਰਾਜ ਮੈਂ ਅੰਮ੍ਰਿਤਸਰ ਜਾ ਕੇ ਕੀ ਕਰੂੰਗਾ, ਮੈਨੂੰ ਗੁਣ ਤਾਂ ਕੋਈ ਆਉਂਦਾ ਨਹੀਂ। ਹਮ ਅਵਗੁਣ ਭਰੇ ਇੱਕ ਗੁਣ ਨਹੀਂ, ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਬਾਣੀ ਵਿੱਚ ਪੱਟਾਂ ਦੇ ਸਵਈਆਂ ਚ ਆਉਂਦਾ। ਮੈਨੂੰ ਗੁਣ ਤਾਂ ਮੇਰੇ ਵਿੱਚ ਕੋਈ ਨਹੀਂ। ਕਵਨ ਗੁਣ ਪ੍ਰਾਨ ਪਤ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਮਿਲੋ ਮੇਰੀ ਮਾਈ ਰੂਪਹੀਨ ਬੁੱਧ ਬਲਹੀਨੀ ਪਰਦੇਸਨ ਦੂਰ ਤੇ ਆਈ। ਮੇਰੇ ਵਿੱਚ ਗੁਣ ਤਾਂ ਕੋਈ ਨਹੀਂ। ਸੱਚਮੁੱਚ ਧਾਰਨਾ ਵੀ ਪੜ ਲਿਓ ਪਿਆਰ ਨਾਲ। ਮੈਂ ਤਾਂ ਸਾਰਿਆਂ ਗੁਣਾਂ ਤੋਂ ਹੀਣੀ, ਕਿਸ ਵਿਦ ਮਿਲਾਂ ਰਾਮ ਨੂੰ। ਮੈਂ ਤਾਂ ਸਾਰਿਆਂ ਗੁਣਾਂ ਤੋਂ ਆਹੀਣੀ, ਕਿਸ ਵਿਦ ਮਿਲਾਂ ਰਾਮ ਨੂੰ। ਮੈਂ ਤਾਂ ਸਾਰਿਆਂ ਗੁਣਾਂ ਤੋਂ ਆਹੀਣੀ, ਮੈਂ ਤਾਂ ਸਾਰਿਆਂ ਗੁਣਾਂ ਤੋਂ ਆਹੀਣੀ, ਕਿਸ ਵਿਦ ਮਿਲਾਂ ਰਾਮ ਨੂੰ। ਮੈਂ ਤਾਂ ਸਾਰਿਆਂ ਗੁਣਾਂ ਤੋਂ ਆਹੀਣੀ, ਜੀ ਗੁਣਾਂ ਤੋਂ ਹੀਣੀ, ਕਿਸ ਵਿਦ ਮਿਲਾਂ ਰਾਮ ਨੂੰ। ਮੈਂ ਤਾਂ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰੂਪ। ਮੇਰੇ ਵਿੱਚ ਚੱਜ ਵੀ ਕੋਈ ਨਹੀਂ, ਤੋ ਗੱਲ ਕੀ ਕੋਈ ਮੈਨੂੰ ਗੁਣ ਮੇਰੇ ਵਿੱਚ ਕੋਈ ਨਹੀਂ। ਦੇਖੋ ਮਹਾਂਪੁਰਸ਼ ਕੀ ਭੰਡਾਰੇ ਖੋਲਦੇ ਆਪਣੇ ਖਜ਼ਾਨਿਆਂ ਚੋਂ। ਕੀ ਕਹਿਣ ਲੱਗੇ, ਐਂ ਕਰੀ ਜੇ ਗੁਣ ਕੋਈ ਨਹੀਂ, ਕਹਿੰਦੇ ਵਿਦਿਆ ਕੋਈ ਨਹੀਂ ਮਹਾਰਾਜ, ਕਥਾ ਕੋਈ ਨਹੀਂ, ਕੀਰਤਨ ਮੈਨੂੰ ਆਉਂਦਾ ਹੀ ਕੁਛ ਨਹੀਂ, ਮੈਂ ਅੰਮ੍ਰਿਤਸਰ ਵਿੱਚ ਕੀ ਕਰੂੰਗਾ। ਮੁੜ ਕੇ ਤੁਸੀਂ ਆਖਿਆ ਮੁੜਨਾ ਵੀ ਨਹੀਂ। ਕਹਿੰਦੇ ਨਹੀਂ, ਉੱਥੇ ਤੈਨੂੰ ਬਸ ਤੇਰੀ ਡਿਊਟੀ ਲਾ ਦਿੱਤੀ, ਬਹੁਤ ਕੰਮ ਲੈਣੇ ਤੇ ਇੱਥੋਂ। ਮਹਾਰਾਜ ਗਣ ਗੁਲ ਮੇਰੇ ਕੋਲ ਗੁਣੇ ਨਹੀਂ ਕੋਈ, ਕਰੂੰ ਕੀ। ਮਹਾਰਾਜ ਕੀ ਕਹਿੰਦੇ ਨੇ, ਹੋਰ ਨਹੀਂ ਜੇ ਤਾਂ ਤੂੰ ਝਾੜੂ ਚੁੱਕ ਲਈ ਉੱਥੇ ਜਾ ਕੇ। ਝਾੜੂ ਵੀ ਉੱਥੇ ਇੱਕੋ ਹੀ ਕਹਿੰਦੇ, ਮੈਂ ਮੇਰੀ ਨੂੰ ਮਾਰ ਕੇ, ਤਾਂ ਹੀ ਕਾਰਸੇ ਵਿੱਚ ਕਈ ਥਾਂ ਤੇ ਸਥਾਨਾਂ ਤੇ ਲਿਖਿਆ ਹੋਊਗਾ, ਇਹ ਸੰਤ ਮਹਾਰਾਜ ਜੀ ਨੇ ਵਰਤਿਆ ਸੀ। ਮੈਂ ਮੇਰੀ ਨੂੰ ਮਾਰ ਕੇ ਨਿੱਕੀ ਕੱਟ ਕਰਕੇ ਕੁੱਟ, ਭਰੇ ਖਜ਼ਾਨੇ ਸਾਹਿਬ ਦੇ ਤੂੰ ਦੋਵੇਂ ਹੱਥੀਂ ਲੁੱਟ। ਕਹਿੰਦੇ ਇੱਕ ਨਹੀਂ, ਮੈਂ ਆਪ ਬਾਬਾ ਜੀ ਦੇ ਬੋਰੀਆਂ ਦਾ ਜੋੜਾ ਪਾਇਆ ਹੁੰਦਾ, ਜਿਵੇਂ ਜਰਾਬਾਂ ਬੋਰੀਆਂ ਦਾ। ਇੱਕ ਪਾਸੇ ਸੰਤ ਭੂਰੀ ਵਾਲੇ ਸੇਵਾ ਕਰਾਉਂਦੇ ਹੁੰਦੇ, ਇੱਕ ਪਾਸੇ ਸੰਤ ਗੁਰਮੁਖ ਸਿੰਘ ਜੀ ਅੰਮ੍ਰਿਤਸਰ ਵਿੱਚ। ਮੈਂ ਉਹ ਆਪ ਅੱਖੀਂ ਦੇਖੇ ਮਹਾਂਪੁਰਸ਼ ਜਿਨ੍ਹਾਂ ਨੂੰ ਇਹ ਬਖਸ਼ੀਸ਼ ਮਿਲੀ ਸੀ, ਬਿਰਧ ਹੋਏ ਹੋਏ। ਉਦੋਂ ਬਾਅਦ ਇਹ ਖਜ਼ਾਨਾ ਕਿੰਨਿਆਂ ਦੇ ਹੱਥ ਆਇਆ ਮਹਾਂਪੁਰਸ਼ਾਂ ਨੇ ਪ੍ਰਕਰਮਾਂ ਵਿੱਚ ਉਹਨਾਂ ਦੇ, ਮੈਂ ਆਪ ਹੱਥੀਂ ਦੇਖੇ, ਦੋਵੇਂ ਹੱਥਾਂ ਵਿੱਚ ਝਾੜੂ ਚੁੱਕੇ ਹੁੰਦੇ ਸਨ। ਇੱਕ ਵੀ ਨਹੀਂ, ਅਸੀਂ ਇੱਕ ਚੁੱਕਦੇ ਹਾਂ, ਉਹਨਾਂ ਨੇ ਦੋਨਾਂ ਨਾਲੇ ਇੰਨੀ ਸੇਵਾ ਦੇ ਨਾਲ ਉਹ ਲੁੱਟ ਲੈ ਖਜ਼ਾਨੇ। ਐ ਮਨਾ ਜਿੱਥੇ ਤੂੰ ਦੋਵੇਂ ਹੱਥੀਂ ਲੁੱਟ ਲੈ ਖਜ਼ਾਨੇ ਪਰੇ ਸਾਹਿਬ ਦੇ, ਜਿਹੜੇ ਪਿਆਰ ਵਿੱਚ ਅਸੀਂ
ਪੜ੍ਹਦੇ ਸੀ। ਹੁਣ ਟਾਈਮ ਆਗਿਆ ਨਹੀਂ ਇੱਧਰ ਨੂੰ ਦੇ ਰਿਹਾ। ਦੋਨੇ ਹੱਥਾਂ ਨਾਲ ਉਹਨਾਂ ਨੇ ਝਾੜੂ ਬਾਹਰ ਉੱਪਰ ਕਰਮਾਂ ਵਿੱਚ ਸ਼ੁਰੂ ਕਰ ਦਿੱਤਾ। ਕਈ ਸਾਲ ਕਰਦਿਆਂ ਕਰਦਿਆਂ ਸੰਗਤਾਂ ਦੀ ਨਿਗਾਹ ਵਿੱਚ ਇਹ ਹੀਰਾ, ਉਹ ਜੌਹਰੀਆਂ ਦੇ, ਇਹ ਤਾਂ ਕੋਈ ਕਮਾਈ ਵਾਲਾ ਮਹਾਂਪੁਰਖ ਹੈ। ਜੋ ਥੋੜੇ ਸਮੇਂ ਬਾਅਦ ਮਹਾਂਪੁਰਖ ਪ੍ਰਗਟ ਹੋਣੇ ਸ਼ੁਰੂ ਹੋ ਗਏ। ਕਾਰ ਸੇਵਾ ਸਮਝ ਲਓ ਨਨਕਾਣੇ ਸਾਹਿਬ ਤੋਂ ਸ਼ੁਰੂ, ਕਿਤਨੀ ਹੰਸਲੀ ਦੀ 8 ਮੀਲ ਸ਼ੁਰੂ, ਤੇ ਅੱਜ ਉਹਨਾਂ ਦੇ ਭੰਡਾਰੇ ਆ ਸਾਰੇ ਕਾਰ ਸੇਵਾ ਦੇ। ਅੰਮ੍ਰਿਤਸਰ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਕੋਈ ਸੂਬਾ ਛੱਡਿਆ ਨਹੀਂ ਜਿਹੜੀ ਉਹਨਾਂ ਨੂੰ ਇਹ ਸੇਵਾ। ਇਹਨਾਂ ਹੱਥਾਂ ਵਿੱਚ ਕੀ ਸੀ? ਝਾੜੂ ਫੜੇ ਹੋਏ ਸਨ। ਇਹਨਾਂ ਨਾਲ ਹੀ ਬਈ ਸੇਵਾ ਤੋਂ ਬਿਨਾ ਪੜੀ ਹੀ ਸੀ ਧਾਰਨਾ। ਉਹ ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ, ਤਿਰਕਾਰ ਹੱਥਾਂ ਪੈਰਾਂ ਨੂੰ। ਬਿਨ ਸਾਧ ਸੰਗਤ ਦੀ ਸੇਵਾ, ਤਿਰਕਾਰ ਹੱਥਾਂ, ਤਿਰਕਾਰ ਹੱਥਾਂ ਪੈਰਾਂ ਨੂੰ। ਤਿਰਗ ਸੇਵਾ ਬਿਨ ਹੱਥ ਬਿਨ। 100 ਦਫਾ ਆਪਾਂ ਇੱਕ ਕੋਈ ਬੁਰਾਈ ਵਿੱਚ ਇਹ ਨਹੀਂ ਫਿੱਟ ਲਾਣਤ ਦਈਏ, ਫਿੱਟ ਕਹੀਏ ਤਾਂ ਇੱਕ ਤਿਰਗ ਬਣਦੀ ਹੈ। ਤਿਰਗ ਤਰਕਾਰ ਦੇਣੀ। ਗੁਰੂ ਸੂਰਜ ਪ੍ਰਕਾਸ਼ ਵਿੱਚ ਵੀ ਆਉ 100 ਸਾਖੀ ਵਿੱਚ ਵੀ ਇੱਕ ਸੰਖੇਪ ਜੀ ਸਾਖੀ ਹੈ ਦਸ਼ਮੇਸ਼ ਪਿਤਾ ਜੀ ਦੀ, ਕਿ ਮਹਾਰਾਜ ਖੁਸ਼ੀ ਵਿੱਚ ਆਏ ਸੀ, ਇੱਕ ਅਮੀਰ ਪਰਿਵਾਰ ਆਇਆ। 100 ਸਾਖੀ ਵਿੱਚ ਵੀ ਇਹ ਵਸਤੂ ਦਿੱਤੀ ਹੋਈ ਹੈ। ਤਕਰੀਬਨ 13-14 ਸਾਖੀਆਂ ਦੇ ਵਿਚਾਰ ਮੈਨੇ ਕੁਛ ਪ੍ਰਾਪਤ ਕੀਤੇ ਹੈ। ਉਹਦੇ ਵਿੱਚ ਇੱਕ ਸਾਖੀ ਹੈ, ਅਮੀਰ ਪਰਿਵਾਰ ਆਇਆ, ਚੰਗਾ ਧਨਾੜ ਧਨਪਤੀ। ਗੁਰੂ ਗੋਬਿੰਦ ਸਿੰਘ ਜੀ ਤਖਤ ਤੇ ਜਿਸ ਤਰ੍ਹਾਂ ਸਜੇ, ਉਹਨਾਂ ਦਾ ਦਰਬਾਰ ਸਜਦਾ ਹੀ ਰਹਿੰਦਾ ਸੀ, ਸਮਾਂ ਟਾਈਮ ਦਿੱਤਾ ਹੋਇਆ ਸੀ। ਤਾਂ ਮਹਾਰਾਜ ਨੇ ਉਸ ਪਰਿਵਾਰ ਦਾ ਆਉਣਾ, ਆਓ ਭਾਈ ਆ ਜਾਓ। ਉਹਦੇ ਮਾਤਾ ਪਿਤਾ, ਗੱਭਰੂ ਇੱਕ ਬੱਚਾ, ਇੱਕ ਜਵਾਨ ਦਾ ਆਉਂਦਾ ਜੀਵਨ, ਨੌਜਵਾਨ ਭਰੀ ਜਵਾਨੀ ਹੈ, ਉਹ ਵੀ ਨਾਲ ਹੈ। ਮਾਤਾ ਪਿਤਾ ਦੇ ਪਰਿਵਾਰ ਆਇਆ, ਗੁਰੂ ਸਾਹਿਬ ਜੀਆਂ ਨੂੰ ਆ ਕੇ ਨਮਸਕਾਰ ਗੁਰਦੇਵ ਕੋ, ਸੀਸ ਝੁਕਾਇਆ, ਨਮਸਕਾਰ ਕੀਤੀ, ਬੈਠ ਜਾਓ। ਬੈਠ ਗਏ। ਹਜ਼ੂਰ ਐ ਦ੍ਰਿਸ਼ਟੀ ਕੀਤੀ ਉਹਨਾਂ ਤੇ, ਫਿਰ ਬੈਠਿਆਂ ਬੈਠਿਆਂ ਆਪਣੀ ਲੀਲਾ ਰਚਾ ਦਿੱਤੀ। ਕਹਿਣ ਲੱਗੇ ਭਾਈ ਜਲ ਛਕਾਓ, ਜਲ ਲਿਆਓ। ਜਾ ਬਾਲ ਕਿਹਾ ਜਲ ਲਿਆ। ਉਹ ਪਰਿਵਾਰ ਅਮੀਰ ਸੀ, ਉਹਨੂੰ ਕਿਹਾ ਪਰਿਵਾਰ ਵਿੱਚੋਂ ਜਾ ਬਾਲ ਕੇ ਜਲ ਲਿਆ। ਉਹ ਭੱਜਿਆ, ਜਲਦੀ ਗਿਆ, ਇੱਧਰ ਹੈ ਲੰਗਰ ਹੈ, ਇੱਧਰ ਹੈ ਲੰਗਰ। ਪੁੱਛ ਕੇ ਚਲੋ ਉਸ ਸਮੇਂ ਅਨੁਸਾਰ ਜੋ ਹੱਥ ਵਿੱਚ ਆਇਆ, ਕੋਈ ਕਟੋਰਾ ਕਹੋ, ਛੰਨਾ ਕਹੋ, ਇੱਕ ਗਲਾਸ ਭਰ ਲਿਆਂਦਾ ਜਲ ਦਾ। ਬਾਟੇ ਵੀ, ਕਟੋਰੇ ਵੀ ਉਸ ਸਮੇਂ ਦੇ ਬਰਤਨ ਹਨ, ਉੱਥੇ ਗਲਾਸ ਦੱਸਿਆ ਹੈ, ਭਰ ਲਿਆਇਆ ਜਲ ਦਾ। ਲਿਆ ਕੇ ਇਹ ਮਹਾਰਾਜਿਆਂ ਨੂੰ ਭੇਟਾ ਕੀਤਾ ਵੀ ਲਓ ਮਹਾਰਾਜ ਛਕੋ। ਹਜ਼ੂਰ ਕਹਿਣ ਲੱਗੇ ਫੜ ਲਿਆ ਜਲ। ਉਹਦੇ ਹੱਥ ਦੇਖੇ, ਅਮੀਰ ਬੱਚਿਆਂ ਦੇ ਹੱਥ ਵੀ ਦੇਖਦੇ ਆ, ਗਰੀਬਾਂ ਦੇ ਵੀ ਦੇਖਦੇ ਆ। ਆ ਜਿਹੜੇ ਮੇਰੇ ਵਰਗੇ ਅਸੀਂ ਗੁਰੂ ਘਰਾਂ ਵਿੱਚ ਬਥੇਰੇ, ਮੈਂ ਵੀ ਭਾਂਡੇ ਮਾਂਜੇ, ਉਦੋਂ ਤਾਂ ਮਾਂਜਦਿਆਂ ਦੇ ਨਹੁੰ ਕੱਸ ਜਾਂਦੇ ਹੁੰਦੇ ਸੀ, ਪਰ ਪਤਾ ਹੀ ਨਹੀਂ ਉੱਥੇ ਕਟਾਉਣ ਦਾ ਵੀ ਹੁੰਦਾ ਹੈ। ਇਹ ਭਾਂਡੇ ਗੁਰੂ ਘਰ ਦੇ ਮਾਂਜ ਕੇ ਸੇਵਾ ਕਰਕੇ ਵੀ ਵਸਤੂ ਮਿਲਦੀ ਹੈ। ਤਾਂ ਬੜੇ ਸੇਵਾ ਇਹ ਤਾਂ ਕੀਤੀ ਇਹਨੇ, ਸੇਵਾ ਬਿਨਾਂ ਤਾਂ ਮਿਲਦਾ ਹੀ ਕੁਛ ਨਹੀਂ ਹੈ। ਤਾਂ ਮਨ ਵਿੱਚ ਹੈ ਵਸਤੂ ਕੁਛ ਹੋਰ ਦੀ ਹੋ ਰਹੇ ਬਣੀ ਵੀ, ਔਰ ਜਿੱਥੇ ਕੁਛ ਕਰਨਾ ਹੀ ਨਹੀਂ ਹੈ। ਉਹ ਹੱਥ ਬੜੇ ਸੋਹਣੇ, ਬੜੇ ਚਮਕੀਲੇ ਵੀ ਨੇ, ਕੁਛ ਲਾਲੀ ਪੈਂਦੀ ਹੈ, ਸੁੰਦਰਤਾ ਵੀ ਹੈ। ਮਹਾਰਾਜ ਦੇਖ ਕੇ ਕਹਿੰਦੇ ਬਾਲਕਿਆ, ਇਹਨਾਂ ਹੱਥਾਂ ਦੇ ਨਾਲ ਕਦੀ ਅੱਗੇ ਵੀ ਕਿਸੇ ਸਾਧੂ ਸੰਤਾਂ ਦੇ ਪਾਸ ਜਾ ਕੇ ਇਸ ਤਰ੍ਹਾਂ ਜਲ ਛਕਾਇਆ ਹੈ? ਕਦੇ ਅੱਗੇ ਵੀ ਸੇਵਾ ਕੀਤੀ ਹੈ? ਕਿਸੇ ਹੋਰ ਸੰਗਤ ਵਿੱਚ ਅੱਜ ਤੂੰ ਅੱਜੇ ਆਇਆ ਮੈਂ ਤਾਂ ਜੀ ਕਹਿੰਦਾ, ਹੋਰ ਵੀ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਕਦੇ ਭੰਡਾਰਿਆਂ ਵਿੱਚ, ਕਦੇ ਸਾਧੂ ਸੰਗਤਾਂ ਨੂੰ ਇਹਨਾਂ ਹੱਥਾਂ ਦੇ ਨਾਲ ਕਦੇ ਜਲ ਛਕਾਇਆ ਹੈ? ਕਹਿੰਦਾ ਨਹੀਂ ਮਹਾਰਾਜ, ਮੈਨੂੰ ਤਾਂ ਘਰ ਦੇ ਲੈ ਕੇ ਹੀ ਅੱਜ ਆਏ ਨੇ, ਮੈਂ ਤਾਂ ਅੱਜ ਹੀ ਤੁਹਾਡੇ ਦਰਸ਼ਨ ਕੀਤੇ ਨੇ, ਮੈਂ ਤਾਂ ਅੱਜ ਹੁਣੇ ਹੀ ਭਰ ਕੇ ਲਿਆਇਆ। ਕਾਰਨ ਕੀ? ਅਸੀਂ ਬਹੁਤ ਅਮੀਰ ਹਾਂ, ਸਾਡੇ ਘਰ ਤਾਂ ਨੌਕਰ ਰੱਖੇ ਹੋਏ ਨੇ। ਕਦੇ ਮੈਂ ਤਾਂ ਕਦੇ ਜਿਵੇਂ ਘੜੇ ਵਿੱਚੋਂ, ਬਰਤਨ ਵਿੱਚੋਂ, ਘਰ ਤਾਂ ਗਲਾਸ ਭਰ ਕੇ ਵੀ ਆਪ ਨਹੀਂ ਪੀਤਾ, ਨੌਕਰ ਲਿਆਉਂਦੇ ਨਹੀਂ। ਕਹਿੰਦੇ
हजूर कहन लगे फिर तेरे हथों की छकना है, डोल दिता गिलास। कहते नहीं तेरे हथों की छकना है तो नहीं, चित्रकार दा पहला प्यार नाल तैं क्यों सेवा कदे कीती नहीं, तेरे हथों की छकना है। उदास हो गया। तिरकार हत्था पैरां नूं, तिरकार हत्था पैरां नूं, तिरकार हत्था पैरां नूं, तिरकार हत्था पैरां नूं। तिरकार है, तिरक सेवा बिन हथ पैर होर ने फल करनी। महाराज ने फिर कहते प्यास तो लगी सी ना, इन्हें कई होर पाई है कोई गुरमुख, तो उत्थे कोतलां दी जिहड़ा घोड़ियां दी सेवा करदा सी और हजूर दे नीले दी भी सेवा करदा सी। महाराज ने बचन कीता है जिहड़ा साडे कोतल दी नीले दी सेवा करो उहनूं साडे अद्धे शरीर दा फल मिलूगा। भी साडे अद्धे शरीर दी सेवा करदा है। वो घोड़ियां नूं कख पाउंदा पाउंदा बड़े सुंदर घाह पाउंदा पाउंदा उन्हें सुन लिया, भज के आया। हजूर हाजिर है गोला आपदा गुलाम सेवक। महाराज कहंदे इदां ही जल भर लिया, उन्हें कोई किते नहीं मांझिया, पता सी तेरे हथ तां पवित्र होए हुए नहीं। गिलास भर लियांदा कहिए, बर्तन जल छकिया। वो अमीर बच्चा भी अमीर परिवार भी देखदा रह गया। एक भोले भाले दी अच्छी किरिया भी नहीं, हथ भी उहदे उसी तरह घाह नाल भिजे हुए, जो मिट्टी कट्टा जो लग लग्या, कोई परवाह नहीं की, किते नहीं शुद्ध कीते। महाराज कहते शुद्ध ही कीते हुए ने, ये सेवा नाल इशनान करी जांदा है। तो महाराज ने शक के खुशियां दित्तियां, जा सिखा तैनूं ब्रह्म ज्ञान प्राप्त हो जावेगा। लो साध संग तिरग सेवा बिन वो बघियाड़ वाली साखी चलदी है, तो आनंद इदां ही वरतदा है। तिरग सेवा बिन वो बघियाड़ ने भी कह दिता मैं इसे करके नहीं छकिया कि इन्हें हत्थां नाल कदे जाके गुरु घर दी किसी परमात्मा की संगत विच जाके सेवा नहीं कीती है। पई प्राप्त मानुख देवरिया, गोविंद मिलन की हो तेरी बरिया। अवर काज तेरे कितै ना काम, मिल साध संगत भज केवल नाम। गुरु स्तोत्र विच साध दे टाइम मिलिया, कल दा दिन बाकी रहिंदा है। और प्यार नाल मैं एक ढंडोरा जरूर देऊं अमृत छकण वास्ते। अगर प्रबंधकां पास नाम आए ने, पहली गल तो कोई रहिंदा ही नहीं होना। हुण बड़ा देर और पिछले बड़े समय चले अमृत छकण तो बिना बहुत प्रेमी जे कोई रहिंदा हो तो वह भाई नाम लिखा दिओ। जथा तैयार बर तैयार है, कल नूं दिने अमृत छकाया जाऊगा। नहीं तो मैनूं पता ही है भी कोई रहिंदा तो हुण है ही नहीं है अमृत तो। आ पिछे तिना खड़का चलिया सी फौजां दा भी, जे कोई देख लिया अमृत तो बिना बस मैं श्लोक प्यार देना की तन है तन है तन है गुरु नानक साहिब।